7 ਸਾਲ ਹੋ ਗਏ ਤੱਕ ਇਨਸਾਫ ਨਹੀਂ ਮਿਲਿਆ ਤੇ ਅੱਜ ਦੇ ਦਿਨ ਵੀ ਗੁਰਦੁਆਰਾ ਸਾਹਿਬ ਚੋਰੀ ਹੋਇਆ ਸੀ, ਅੱਜ ਅਰਦਾਸਾਂ ਵੀ ਕੀਤੀਆਂ ਗਈਆਂ, ਤੁਸੀਂ ਖੁਦ ਪਹੁੰਚੇ ਹੋ ਤੇ ਕਿਵੇਂ ਲੱਗਦਾ ਤੁਹਾਨੂੰ ਇਨਸਾਫ ਦੀ ਉਡੀਕ ਹਜੇ ਵੀ ਕਰਨੀ ਪੈ ਰਹੀ ਹੈ ਪੀੜਤ ਪਰਿਵਾਰ ਨੂੰ? देखो 1 जून 2015 ਨੂੰ ਬੁਰਜ ਜਵਾਹਰ ਸਿੰਘ ਗੁਰਦੁਆਰਾ ਸਾਹਿਬ ਤੋਂ ਬੀੜ ਸਾਹਿਬ ਦੀ ਚੋਰੀ ਹੋਈ ਸੀ। ਉਹ ਬੇਅਦਬੀ ਦੀ ਸੀਰੀਜ਼ ਦੇ ਵਿੱਚ ਉਹ ਪਹਿਲੀ ਘਟਨਾ ਸੀਗੀ। ਜਦੋਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਉਹਦੇ ਵਿੱਚ ਪਹਿਲੀ ਘਟਨਾ ਸੀ 1 ਜੂਨ 2015। ਉਸ ਤੋਂ ਬਾਅਦ ਤੁਸੀਂ ਦੇਖੋ ਬਰਗਾੜੀ ਦੇ ਵਿੱਚ ਤੇ ਹੋਰ ਕਈ ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਸ ਦੇ ਰੋਸ ਸਰੂਪ ਕੋਟਕਪੂਰਾ ਤੇ ਬਹਬਲ ਕਲਾਂ ਦੇ ਵਿੱਚ ਆਮ ਜਨਤਾ ਨੇ, ਸੰਗਤ ਨੇ ਪ੍ਰੋਟੈਸਟ ਕੀਤਾ। ਇਹ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਥਾਵਾਂ ਤੇ ਜਿਹੜਾ ਪ੍ਰੋਟੈਸਟ ਸੀਗਾ ਉਹ ਸ਼ਾਂਤੀਪੂਰਵਕ ਸੀ, ਸੰਗਤ ਵੱਲੋਂ ਕੋਈ ਵੀ ਇਨਸਟੀਗੇਸ਼ਨ ਨਹੀਂ ਸੀ। ਲੇਕਿਨ ਦੋਵੇਂ ਥਾਵਾਂ ਤੇ ਪਹਿਲਾਂ ਕੋਟਕਪੂਰਾ ਦੇ ਵਿੱਚ ਤੇ ਬਾਅਦ ਦੇ ਵਿੱਚ ਬਹਬਲ ਕਲਾਂ ਦੇ ਵਿੱਚ ਪੁਲਿਸ ਵੱਲੋਂ फायरिंग की गई, बल का प्रयोग किया गया और जो लोग फट्टर हुए, जख्मी हुए ਜਾਂ जिन्होंने ने शहादत दी उन्होंने पुछण वाला कोई नहीं, परिवार को पुछण वाला कोई नहीं। 7 साल हो गए, देखो 7 साल हो गए, ठीक है। सानू जदों जिम्मेवारी मिली 2018 नवंबर महीने दे विच असीं जांच शुरू की। जांच शुरू करन उपरंत 2019 ਦੇ ਵਿੱਚ ਪਹਿਲੀ ਗ੍ਰਿਫਤਾਰੀ ਜਨਵਰੀ ਮਹੀਨੇ ਦੇ ਵਿੱਚ ਤੇ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਚਲਾਨ ਦੇ ਦਿੱਤਾ ਜੀ। ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ 1 2 3 ਦੋਵੇਂ ਘਟਨਾਵਾਂ ਦੇ ਬਾਰੇ। ਜਦੋਂ ਫਰੀਦਕੋਟ ਦੀ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਵਿੱਚ ਚਾਰਜ ਫਰੇਮਿੰਗ ਤੇ ਬਹਿਸ ਸ਼ੁਰੂ ਹੋਣੀ ਸੀ, ਉਹ ਨਹੀਂ ਕਰਵਾਈ ਗਈ ਅਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਸਿਵਲ ਲਿਟੀਗੇਸ਼ਨ ਪਾ ਕੇ ਇਸ ਮਸਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ ਸਰਕਾਰ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਵੀ ਨਹੀਂ ਕਿਹਾ ਜੋ ਉਦੋਂ ਦੀ ਸਰਕਾਰ ਸੀਗੀ ਕਿ ਚਲਾਨ ਟੂਕਟ ਹੋ ਗਿਆ ਹੈ, ਇਹਨਾਂ ਦੇ ਆਬਜੈਕਸ਼ਨ ਓਵਰ ਰੂਲ ਹੋ ਗਏ ਨੇ ਔਰ ਇਹਦੇ ਉੱਤੇ ਸੁਣਵਾਈ ਜ਼ਰੂਰੀ ਹੈ। ਦੇਖੋ ਕ੍ਰਿਮੀਨਲ ਲਾਅ ਦਾ ਕੋਈ ਵੀ ਇੱਕ ਸਿਸਟਮ ਹੁੰਦਾ ਹੈ, ਇਸ ਮੁਲਕ ਦਾ ਇੱਕ ਸੰਵਿਧਾਨ ਹੈ ਜਿਹਦੇ ਵਿੱਚ ਕਿਸੇ ਨੂੰ ਬਰੀ ਕਰਨਾ ਹੈ ਜਾਂ ਸਜ਼ਾ ਕਰਨੀ ਹੈ ਤਾਂ ਗਵਾਹਾਂ ਦਾ ਬਿਆਨ ਲੈਣਾ ਅਦਾਲਤ ਦੇ ਵਿੱਚ ਜ਼ਰੂਰੀ ਹੁੰਦਾ ਹੈ। ਇੱਥੇ ਕੋਈ ਬਿਆਨ ਨਹੀਂ ਹੋਇਆ, ਕੁਝ ਨਹੀਂ ਹੋਇਆ। ਸਿਰਫ ਸਰਕਾਰ ਨੇ ਆਮ ਜਨਤਾ ਨੂੰ ਗੁੰਮਰਾਹ ਕੀਤਾ ਤੇ ਜੋ 9 ਅਪ੍ਰੈਲ 2021 ਨੂੰ ਜੋ ਕੁਝ ਵੀ ਹੋਇਆ, ਮੈਂ ਨੌਕਰੀ ਤੋਂ ਇਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਸਰਕਾਰ ਨੇ 2 SITਆਂ ਦਾ ਗਠਨ ਕੀਤਾ। ਜਦੋਂ 2 SITਆਂ ਦਾ ਗਠਨ ਹੋਇਆ, ਇੱਕ ਬਹਬਲ ਕਲਾਂ ਵਾਸਤੇ ਤੇ ਇੱਕ ਕੋਟਕਪੂਰਾ ਵਾਸਤੇ, ਤੀਜੀ SIT ਚੱਲ ਰਹੀ ਸੀਗੀ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਹੋਈ ਸੀ, ਜੋ ਪਹਿਲਾਂ ਕੇਸ CBI ਦੇ ਕੋਲ ਸੀਗਾ, ਉਹਦੇ ਵਾਸਤੇ ਤੀਜੀ ਸੀਟ ਗਠਿਤ ਕੀਤੀ ਗਈ। ਲੇਕਿਨ ਤੁਸੀਂ ਦੇਖੋ ਨਾ ਤਾਂ ਬਹਬਲ ਕਲਾਂ ਦੇ ਕੇਸ ਦੇ ਵਿੱਚ ਨਾ ਹੀ ਕੋਟਕਪੂਰਾ ਕੇਸ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਪ੍ਰੋਗਰੈਸ ਉਹਨਾਂ ਵੱਲੋਂ ਨਹੀਂ ਹੋਇਆ। ਸਗੋਂ ਇੱਕ SIT ਦੇ ਮੁਖੀ ਨੇ ਮੰਗ ਕੀਤੀ ਮੇਰੇ ਵੱਲੋਂ ਲਿਖਤੀ ਤੌਰ ਤੇ ਕਿ ਤੁਸੀਂ ਦੋਗੀ ਬਾਦਲ ਪਰਿਵਾਰ ਦੇ ਖਿਲਾਫ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਖਿਲਾਫ ਐਵੀਡੈਂਸ ਕੀ ਹੈ। ਦੇਖੋ ਇਨਵੈਸਟੀਗੇਸ਼ਨ ਉਹ ਕਰ ਰਹੇ ਨੇ, ਫਾਈਲ ਉਹਨਾਂ ਦੇ ਕੋਲ ਹੈ। ਅਸੀਂ ਜੋ ਇਨਵੈਸਟੀਗੇਸ਼ਨ ਕੀਤੀ ਸੀ ਉਹ ਸਾਰਾ ਕੁਝ ਉਹਨਾਂ ਦੇ ਕੋਲ ਹੈ ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ कि वो एविडेंस कट के ले आऊँ कि एविडेंस की है। और दूसरी जो SIT है वो कह रही है कि जो LK यादव वाली SIT है वो कोई चीज़ साढ़े नाल साझा नहीं कर दी, तो इस करके साड़ी प्रोग्रेस नहीं हो रही है। तो ये भी देखो एक दूसरे ते ब्लेम गेम चल रहा है। तो 7 साल हो गए जी, 7 सालों के विच ये भी डिसाइड नहीं होया कि इन्हां केसां दी तफ्तीश कौन करेगा जी। ठीक है, मेरी इन्वेस्टिगेशन दे विच कोई गलती है तो वो जिला अदालत ट्रायल के दौरान साबित करेगी कि इन्वेस्टिगेशन दे विच कमी है। वो उदों होगा जदों सारे गवाहां दा बयान, सरदार तरलोचन सिंह जी साबका चेयरपर्सन कट गिनती कमीशन वो साडे गवाह, साबका जथेदार तख्त श्री पटना साहिब वो साडे गवाह, इस तरीके दे साडे गवाह ने। उन्हां गवाहां नूं तुसीं अदालत दे विच क्यों नहीं बुला रहे हो? डर क्यों रहे हो? मैं ये पूछना चाहता हाँ, डर क्यों रहे हो? जदों वो गवाह आ जाणगे फिर सारा भेद खुल जाएगा।
ਇਸ ਕਰਕੇ ਨਹੀਂ ਚਾਹੁੰਦੇ ਕਿ ਉਹਨਾਂ ਦੇ ਗਵਾਹਾਂ ਦਾ ਬਿਆਨ ਹੋਵੇ ਜੀ। ਤਾਂ ਇਹਨਾਂ ਨੇ ਇੱਕ ਸਿੱਧਾ ਰਸਤਾ ਅਪਣਾਇਆ ਹੈ ਜੀ, ਸਿਵਲ ਲਿਟੀਗੇਸ਼ਨ ਫਾਈਲ ਕਰੋ ਔਰ ਸਰਕਾਰ ਦੇ ਨੂੰ ਤੇ ਸਰਕਾਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਵੱਲ ਕਰਕੇ ਤੁਸੀਂ ਕੁਝ ਰਫਾ ਦਫਾ ਕਰਵਾ ਲਓ। ਮੈਂ ਇਹ ਨਹੀਂ ਕਹਿੰਦਾ ਫੈਸਲਾ ਹੋਣਾ ਚਾਹੀਦਾ ਹੈ, ਲੇਕਿਨ ਸਭ ਤੋਂ ਪਹਿਲਾਂ ਫੈਸਲਾ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿੱਥੇ ਮਰਜ਼ੀ ਅਪੀਲ ਹੋਵੇ, ਸਾਡੀ ਤਫਤੀਸ਼ ਦੇ ਵਿੱਚ ਕੋਈ ਖਾਮੀ ਹੋਵੇ ਤਾਂ ਉਹ ਸਾਰਾ ਕੁਝ ਉਹਦੇ ਵਿੱਚ ਆ ਜਾਏਗਾ। ਲੇਕਿਨ ਜਦੋਂ ਤੱਕ ਗਵਾਹਾਂ ਦਾ ਬਿਆਨ ਨਹੀਂ ਹੁੰਦਾ ਹੈ ਉਦੋਂ ਤੱਕ ਸੰਗਤ ਨੂੰ ਗੁੰਮਰਾਹ, ਆਮ ਜਨਤਾ ਨੂੰ ਗੁੰਮਰਾਹ ਕੀਤਾ ਜਾਣਾ ਬੰਦਾ ਨਹੀਂ ਹੈ ਜੀ। ਜੋ ਇਹ ਸਾਰਾ ਕੁਝ ਹੁੰਦਾ ਆ ਰਿਹਾ ਹੈ, ਤਾਂ ਹੀ ਮੈਂ ਮਾਨਯੋਗ ਚੀਫ ਮਿਨਿਸਟਰ ਸਾਹਿਬ, ਜੋ ਸਾਡੀ ਸਰਕਾਰ ਦੇ ਚੀਫ ਮਿਨਿਸਟਰ ਸਾਹਿਬ ਨੇ 2 ਚਿੱਠੀਆਂ ਲਿਖ ਕੇ, ਇੱਕ ਚਿੱਠੀ 20 ਮਾਰਚ ਨੂੰ ਲਿਖੀ ਸੀ, ਦੂਸਰੀ ਚਿੱਠੀ 19 ਮਈ ਨੂੰ ਲਿਖੀ ਸੀ। ਚਿੱਠੀ ਲਿਖ ਕੇ ਮੈਂ ਜਾਣੂ ਕਰਵਾਇਆ ਇਸ ਕਰਕੇ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹਨਾਂ ਕੇਸਾਂ ਦਾ ਇੰਪੋਰਟੈਂਸ ਕੀ ਹੈ ਤੇ ਸੱਚਾਈ ਕੀ ਹੈ। ਇਸ ਕਰਕੇ ਮੈਂ ਜਾਣੂ ਕਰਵਾਇਆ ਸੀ। ਤੇ ਇੱਕ ਕੇਸ ਹੋਰ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ, ਬਹਬਲ ਕਲਾਂ ਵਾਲਾ। ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਜੋ ਵੀ ਸੁਣਵਾਈ ਹੈ, ट्रायल होना चाहिए है जी, ट्रायल होना चाहिए है। तफ्तीश सही है गलत है, ये ट्रायल दे विच पता चलना है जो गवाह अपनी गवाही देंगे अदालत दे विच। लेकिन ये गवाही तो डरते नहीं जी, जो गवाही जो शुरू हो जाएगी तो सारा भेद खुल जाना है। इस करके मेरी यही बेनती है कि राजनीति बंद होनी चाहिए है जी। 7 साल तो केवल राजनीति होंदी आई है, हुण राजनीति बंद होनी चाहिए है और गवाहां दा बयान जिला ते सैशन अदालत दे विच होना चाहिए है। मैं अज मत्था टेकन वास्ते आया सी बरगाड़ी ते बुर्ज जवाहर सिंह वाला, जिथे 7 साल पूरे होने तो बाद संगत वालों उत्थे अरदास की जाती है। उस उपरांत मैं इत्थे सुखराज सिंह जी जो कई महीनों तो इत्थे प्रोटेस्ट कर रहे हैं, जदों साडी सरकार आई है उस तो बाद मैं पहली बार इन्हां दे कोल आया हाँ। इस तो पहला बहुत सारे लोग सरकार के नुमाइंदे इन्हां दे कोल आ चुके ने। जदों असीं इलैक्शन लड़ रहे सी, कैंपेनिंग चल रही सी, उस दौरान मैं आया सी इन्हां दे कोल। मैं सांत्वना इन्हां नूं दे के गया सी कि साडी सरकार जदों आऊगी तो असीं पूरी कार्रवाई करांगे। तो मैनूं पूरी उम्मीद है कि कार्रवाई होगी। और 7 साल लंघ गए, ठीक है, लेकिन हुण टाइम है कि हुण टाइम लंघना नहीं चाहिए है। छेती तो छेती इंसाफ होना चाहिए है। थैंक यू।